Students, greet you and welcome to learn a subject sociology. All right, before we go further, let me tell you that sociology is a very entertaining, interesting, and needful, helpful, and a practical subject. And when we start it, we will learn a lot of things and things which are so close that we live every day, and all the things that happens all around us and the things happens in and each one's life. Okay, so just a brief introduction about sociology and the subject and its syllabus. So here we go. So the word sociology is derived from a Greek word. All right, so if anyone does not understand, so he or she can message me personally about time and a second of the video. All right, so sociology is a Greek word and it derived from a Greek word and splitted. So socio plus logos. So socio means a member, society or LA, plus logos a study of. ਵੈਲ ਅਗਰ ਤੁਸੀਂ ਕੁਝ ਸੋਚ ਰਹੇ ਹੋਵੋ ਕਿ ਆਲਰੇਡੀ ਓਨਲੀ ਇੰਗਲਿਸ਼ ਚੱਲ ਰਹੀ ਹੈ, ਸਾਨੂੰ ਕੁਝ ਸਮਝ ਨਹੀਂ ਆ ਰਿਹਾ, ਤਾਂ ਮੇਕ ਸ਼ੋਰ ਐਨੀ ਆਫ ਯੂ ਕੈਨ ਮੈਸੇਜ ਮੀ feel free, and like you may not feel the hesitation that how we can understand the things of sociology subject, right? ਸੋ ਮੇਰੀ ਕੋਸ਼ਿਸ਼ ਹੋਏਗੀ ਕਿ ਇਸ ਵੀਡੀਓ 'ਚ ਨਾਲ ਨਾਲ ਪੰਜਾਬੀ ਵੀ ਹੋਵੇ, ਤਾਂ ਜੋ ਜਿਹੜੇ ਸਟੂਡੈਂਟ ਜਿਨ੍ਹਾਂ ਦਾ ਪੰਜਾਬੀ ਮੀਡੀਅਮ ਵੀ ਹੈ ਐਜ਼ ਵੈਲ ਐਜ਼ ਇੰਗਲਿਸ਼ ਮੀਡੀਅਮ ਦੋਨੋਂ ਇਸ ਚੀਜ਼ ਨੂੰ ਸਮਝ ਸਕਣ। ਠੀਕ ਹੈ, ਸੋਸ਼ੀਓਲੋਜੀ ਗ੍ਰੀਕ ਵਰਡ ਸੋਸ਼ੀਓ ਪਲਸ ਲੋਗੋਸ ਤੋਂ ਲਿਆ ਗਿਆ ਹੈ। ਸੋਸ਼ੀਓ ਮੀਨਸ ਮੈਂਬਰ, ਜਿਹਨੂੰ ਆਪਾਂ ਕਹਿ ਦਈਏ ਇੱਕ ਸਦੱਸਿਆ, ਸੁਸਾਇਟੀ ਸਮਾਜ ਜਾਂ ਐਲ ਇੱਕ ਸੰਗਠਨ। ठीक है, लोगस एक ग्रीक वर्ड है जिसका अर्थ है स्टडी ऑफ। तो ऑल टुगैदर एक चीज़ बन गई सोशियोलॉजी मीनस द स्टडी ऑफ ह्यूमन इन्वायरमेंट और बिहेवियर। सो सोशियोलॉजी का मतलब की होया, एक जिहड़े मानवी हुंदे ने उन्हां दा आला दुआला ਉਹਦੇ ਬਾਰੇ ਅਧਿਐਨ ਕਰਨਾ, ਸਟੱਡੀ ਕਰਨੀ, ਜਾਂ ਇੱਕ ਵਿਅਕਤੀ ਮਨੁੱਖ ਦੀ ਹਾਵ ਭਾਵ ਕੀ ਹੈ, ਉਹ ਕਿਸ ਤਰ੍ਹਾਂ ਜੀਵਨ ਜਿਉਂਦਾ ਹੈ, ਤਾਂ ਇਸ ਚੀਜ਼ ਬਾਰੇ ਸਟੱਡੀ ਕਰਨਾ। ਸੋ ਇਨ ਸਿੰਪਲ ਵਰਡਸ ਕੀ ਬਣ ਗਿਆ, ਸਟੱਡੀ ਸੋਸ਼ੀਓਲੋਜੀ ਕੀ ਹੈ, ਸਟੱਡੀ ਆਫ ਸੁਸਾਇਟੀ। ਹੁਣ ਤੁਸੀਂ ਸੋਚਦੇ ਹੋਵੋਗੇ ਸਟੱਡੀ ਆਫ ਸੁਸਾਇਟੀ ਕੀ ਚੀਜ਼ ਹੈ, ਤਾਂ ਅੱਗੇ ਦੇਖੀਏ ਸਟੱਡੀ ਆਫ ਸੁਸਾਇਟੀ ਕੀ ਹੈ। ਸੁਸਾਇਟੀ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ, ਸੁਸਾਇਟੀ ਵੀ ਆਲ that we have all around is a society. Okay, society where we live in, ਜਿੱਥੇ ਅਸੀਂ ਰਹਿੰਦੇ ਹਾਂ। ਸੁਸਾਇਟੀ ਕੀ ਹੈ, ਜਿਹਦੇ 'ਚ ਸਾਡਾ ਪਰਿਵਾਰ ਰਹਿੰਦਾ ਹੈ, ਜਾਂ ਇੱਕ ਪਰਿਵਾਰ ਸਿਸਟਮ ਹੁੰਦਾ ਹੈ। ਤਾਂ ਇੱਕ ਸਮਾਜ ਵਿੱਚ ਬਹੁਤ ਸਾਰੇ ਪਰਿਵਾਰ ਮਿਲ ਕੇ ਰਹਿੰਦੇ ਨੇ, ਜਿਹਨੂੰ ਆਪਾਂ ਕਹਿ ਦਈਏ ਪਰਿਵਾਰਾਂ ਦਾ ਸਮੂਹ। ਓਕੇ, ਦੈਨ ਸੁਸਾਇਟੀ ਕੀ ਹੈ, ਇੱਕ ਬਿਹੇਵੀਅਰਲ ਪੈਟਰਨ, ਇੱਕ ਹਾਵ ਭਾਵ, ਕਿਵੇਂ ਇੱਕ ਵਿਅਕਤੀ ਦਾ ਸੁਭਾਅ ਹੁੰਦਾ ਹੈ, ਉਹਦਾ ਤੌਰ ਤਰੀਕਾ, ਲਾਈਫ ਸਟਾਈਲ, ਖਾਣ ਪੀਣ ਦੀਆਂ ਆਦਤਾਂ, ਪਹਿਰਾਵਾ, ਬੋਲਚਾਲ। ਸੋ ਇਹ ਸਭ ਚੀਜ਼ਾਂ ਆ ਜਾਂਦੀਆਂ ਨੇ ਬਿਹੇਵੀਅਰਲ ਪੈਟਰਨ 'ਚ। ਦੈਨ ਸੁਸਾਇਟੀ 'ਚ ਲਾਈਫ ਸਟਾਈਲ, ਇਕਨੋਮਿਕ ਸਿਸਟਮ, ਇਕਨੋਮਿਕ ਸਿਸਟਮ ਜਿਹਦੇ 'ਚ ਬੰਦਾ ਕੰਮ ਕੀ ਕਰਦਾ, ਉਹਦਾ ਕਮਾਈ ਦਾ ਸਾਧਨ ਕੀ ਹੈ, ਰੋਜੀ ਰੋਟੀ ਕਿਵੇਂ ਕਮਾਉਂਦਾ ਹੈ, ਇਹ ਚੀਜ਼ਾਂ ਆਉਂਦੀਆਂ ਨੇ ਇਕਨੋਮਿਕ ਸਿਸਟਮ 'ਚ। ਉਸ ਤੋਂ ਬਾਅਦ ਫੈਮਿਲੀ ਸਿਸਟਮ, ਮੈਰਿਜ ਸਿਸਟਮ, ਇੱਕ ਸਮਾਜ 'ਚ ਵਿਆਹ ਕਰਨ ਦੀਆਂ ਰੀਤਾਂ ਅਲੱਗ ਅਲੱਗ ਕਿਵੇਂ ਹੁੰਦੀਆਂ ਨੇ। ਉਦਾਹਰਨ ਲੈ ਲਈਏ, ਤੇ ਫੋਰ ਐਗਜ਼ਾਮਪਲ now if you have considered or noticed in a Hindu system, so there is a marriage system according to their rituals and according to their pattern and tradition. Okay, at the same time if you go to Sikh community or Christianity, so you would find marriage system in a different way, acquiring mate even, ਜਿਹਦੇ 'ਚ ਹਰ ਇੱਕ ਗਰੁੱਪ 'ਚ ਇੱਕ ਜੋੜੇ ਦੇ ਲਈ ਕੁੜੀ ਵੇਖਣੀ ਜਾਂ ਮੁੰਡਾ ਵੇਖਣਾ ਅਲੱਗ ਅਲੱਗ ਸਿਸਟਮ ਹੁੰਦੇ ਨੇ, ਫਿਰ ਉਹਨਾਂ ਦੇ ਵਿਆਹ ਕਰਨ ਦੇ ਤਰੀਕੇ ਵੀ ਅਲੱਗ ਅਲੱਗ ਹੁੰਦੇ ਨੇ। ਓਕੇ, ਦੈਨ ਇਹ ਸੁਸਾਇਟੀ ਕੀ ਹੈ, ਜਿਹਦੇ 'ਚ ਸਮੱਸਿਆਵਾਂ ਪਾਈਆਂ ਜਾਂਦੀਆਂ ਨੇ। ਤਾਂ ਜਿਸ ਵੀ ਇੱਕ ਕਿਸੇ ਗਰੁੱਪ ਜਾਂ ਸਮੂਹ ਜਾਂ ਕਮਿਊਨਿਟੀ ਦੇ ਵਿੱਚ ਸਮੱਸਿਆਵਾਂ ਪਾਈਆਂ ਜਾਂਦੀਆਂ ਨੇ, ਤਾਂ ਉਹ ਚੀਜ਼ ਆਪਾਂ ਕਹਿੰਦੇ ਵਾ ਸੁਸਾਇਟੀ। ਚਲੋ ਇੱਕ ਤੁਹਾਨੂੰ ਮੈਂ ਛੋਟੀ ਜਿਹੀ ਉਦਾਹਰਨ ਦਿੰਦਾ ਵਾ। ਫੋਰ ਇੰਸਟਾਂਸ ਕਹਿ ਲਈਏ ਆਪਾਂ ਕਿ ਸਮਾਜ ਵਿੱਚ ਲੋਕਲ ਕਹਿ ਲਈਏ, ਇੰਟਰਨੈਸ਼ਨਲ ਜਾਂ ਗਲੋਬਲ ਤੌਰ 'ਤੇ ਇੱਕ ਐਲਕੋਹਲਿਕ ਜਾਂ ਐਲਕੋਹਲਿਜ਼ਮ ਦੀ ਸਮੱਸਿਆ ਬਣੀ ਹੈ। ਐਲਕੋਹਲਿਜ਼ਮ ਮੀਨਸ ਪੰਜਾਬੀ 'ਚ ਬੋਲਾਂਗੇ ਸ਼ਰਾਬਖੋਰੀ। ਸ਼ਰਾਬਖੋਰੀ ਇੱਕ ਸਮਾਜਿਕ ਸਮੱਸਿਆ ਬਣ ਚੁੱਕੀ ਹੈ, ਜਿਹਦੇ ਕਰਕੇ ਘਰਾਂ 'ਚ ਪਰੇਸ਼ਾਨੀਆਂ ਰਹਿੰਦੀਆਂ ਨੇ। ਈਵਨ ਸਿਹਤ 'ਤੇ ਮਾੜਾ ਅਸਰ, ਘਰ ਤਬਾਹ ਹੋ ਜਾਂਦੇ ਨੇ।
ਤਾਂ ਜਾਂ ਆਪਾਂ ਜੋ ਰੀਸੈਂਟ ਟ੍ਰੈਂਡਸ ਚੱਲ ਰਿਹਾ ਵਾ ਜਿਹਨੂੰ ਹੀਰੋਇਨ, ਕੋਕੀਨ, ਡਰੱਗਸ, ਸੋ ਇਹ ਡਰੱਗ ਐਡਿਕਸ਼ਨ, ਸੋ ਇਟਸ ਅ ਪਾਰਟ ਆਫ society, so it becomes a problem of society. Okay, so sociology is a study of society, and society in simple words the way we live or the society we have all around us. ठीक है, तो all together you have 12 lessons in sociology subject. So how you would deal these 12 lessons or 12 chapters in sociology? So these 12 chapters are divided in 4 units. Okay, so 4 units means 12 lessons, so each unit consists of 3 lessons. ਜਿੱਦਾਂ ਕਿ 12 ਲੈਸਨ ਨੇ, 4 ਭਾਗਾਂ 'ਚ ਡਿਵਾਈਡ ਨੇ, ਤਾਂ ਜੇ 4 ਭਾਗਾਂ 'ਚ ਆਪਾਂ ਕੈਲਕੂਲੇਸ਼ਨ ਕਰੀਏ ਮੈਥਮੈਟਿਕ ਦੇ ਤੌਰ 'ਤੇ, ਇੱਕ 'ਚ 3 ਹੋਏ ਤਾਂ 3 into 4 12 ਲੈਸਨਸ। ਠੀਕ ਹੈ, ਤਾਂ ਇਹ ਤੁਹਾਡੇ ਜਿਹੜੇ 12 ਲੈਸਨ ਨੇ ਯੂਨਿਟ 'ਚ ਫੈਲੇ ਹੋਏ ਨੇ। ਸੋ ਪਹਿਲੀ ਯੂਨਿਟ ਹੈ ਯੂਨਿਟ 1, ਜੋ ਪਹਿਲੇ ਯੂਨਿਟ ਦੇ ਵਿੱਚ ਆਪਾਂ ਦੇਖਾਂਗੇ ਸੁਸਾਇਟੀਜ਼ ਬਾਰੇ, ਸੁਸਾਇਟੀਜ਼ ਅਲੱਗ-ਅਲੱਗ ਸਮਾਜਾਂ ਬਾਰੇ। ਠੀਕ ਹੈ, ਫੋਰ ਐਗਜ਼ਾਮਪਲ ਟਰਾਈਬਲ ਸੁਸਾਇਟੀ, ਹੋ ਸਕਦਾ ਤੁਸੀਂ ਨਾਮ ਨਹੀਂ ਸੁਣਿਆ ਹੋਣਾ ਜਾਂ ਪ੍ਰੀਵੀਅਸ ਕਲਾਸਿਸ 'ਚ ਕੁਝ ਪਾਰਟ ਪੜ੍ਹ ਕੇ ਆਏ ਹੋਵੋ, ਜਿਹੜੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਆਦੀਵਾਸੀ ਜਾਂ ਕਬੀਲੇ ਦੇ ਲੋਕ, ਦੇ ਆਰ ਨੋਨ ਐਜ਼ ਟਰਾਈਬਲ। ਓਕੇ, ਜਦੋਂ ਆਪਾਂ ਰੈਗੂਲਰ ਕਲਾਸ ਕਰਾਂਗੇ ਜਾਂ ਨੈਕਸਟ ਕਮਿੰਗ ਡੇਜ਼, then I will let you know more in detail about these societies. Okay, so ਪਹਿਲਾ ਹੈ ਟਰਾਈਬਲ ਸੁਸਾਇਟੀਜ਼, ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਬੀਲਾ ਸਮਾਜ। ਦੂਸਰਾ ਰੂਰਲ ਸੁਸਾਇਟੀਜ਼, ਸਿੰਪਲ ਲੈਂਗੁਏਜ 'ਚ ਕਹਿ ਦਈਏ ਪੇਂਡੂ ਸਮਾਜ। ਐਂਡ ਥਰਡ ਅਰਬਨ ਸੁਸਾਇਟੀ, ਸ਼ਹਿਰੀ ਸਮਾਜ। ਸੋ ਇਹ ਤੁਹਾਡੀ ਹੈ ਪਹਿਲੀ ਯੂਨਿਟ ਸਮਾਜਾਂ ਬਾਰੇ। ਸੈਕਿੰਡ ਯੂਨਿਟ ਹੈ ਇਨਇਕੁਐਲਿਟੀਜ਼, ਅਸਮਾਨਤਾਵਾਂ। ਤਾਂ ਇਹ ਅਸਮਾਨਤਾਵਾਂ ਵੀ ਤਾਂ ਸਮਾਜ ਵਿੱਚ ਹੀ ਪਾਈਆਂ ਜਾਂਦੀਆਂ ਨੇ। ਫੋਰ ਐਗਜ਼ਾਮਪਲ ਤੁਹਾਡਾ ਲੈਸਨ ਨੰਬਰ 4 ਬਣਦਾ ਵਾ ਕਾਸਟ ਇਨਇਕੁਐਲਿਟੀਜ਼, ਜਿਹਦੇ ਵਿੱਚ ਆਪਾਂ ਕਹਿ ਦਈਏ ਜਾਤਾਂ ਪਾਤਾਂ ਦੇ ਆਧਾਰ 'ਤੇ ਭੇਦਭਾਵ। ਹੁਣ ਨੈਚੁਰਲ ਤੁਸੀਂ ਇਸ ਚੀਜ਼ ਬਾਰੇ ਜਾਣਦੇ ਹੋ, ਬ੍ਰਾਹਮਣਸ ਹੈ, ਖੱਤਰੀਆਸ ਹੈ, ਸ਼ੂਦਰਾਸ ਹੈ, ਵੈਸ਼ਯਸ ਹੈ। ਤਾਂ ਦੈਨ ਜਿਹੜੀ ਸਭ ਨਾਲੋਂ ਛੋਟੀ ਜਾਤੀ ਹੈ ਸ਼ੂਦਰਾਸ, ਉਹਨਾਂ ਨਾਲ ਬਹੁਤ ਭੇਦਭਾਵ ਹੁੰਦਾ ਹੈ। ਜਾਂ ਤੁਹਾਨੂੰ ਹੋਰ ਵੀ ਆਸਾਨ ਕਹਿ ਦਈਏ ਕੋਈ ਛੋਟੀ ਜਾਤੀ ਦਾ ਹੋਵੇਗਾ ਤਾਂ ਉਹਦੇ ਨਾਲ ਉਸ ਹਿਸਾਬ ਨਾਲ ਟਰੀਟਮੈਂਟ ਕੀਤਾ ਜਾਏਗਾ, ਤਾਂ ਉਹਦੇ ਨਾਲ ਬਹੁਤ ਸਾਰੀਆਂ ਅਸਮਾਨਤਾਵਾਂ ਹੋਣਗੀਆਂ। ਨੰਬਰ 5 ਇਜ਼ ਏ ਕਲਾਸ ਇਨਇਕੁਐਲਿਟੀ, ਜਿਹਦੇ ਕੋਲ ਜ਼ਿਆਦਾ ਕੁਝ ਹੈ ਉਹ ਹਾਈ ਕਲਾਸ ਦਾ, ਜਿਹਦੇ ਕੋਲ ਥੋੜ੍ਹਾ ਹੈ ਉਹ ਲੋ ਕਲਾਸ ਦਾ। ਸੋ ਉਹਦੇ 'ਚ ਅਸਮਾਨਤਾਵਾਂ ਪਾਈਆਂ ਜਾਣਗੀਆਂ। ਦੈਨ ਲੈਸਨ ਨੰਬਰ 6 ਹੈ ਜੈਂਡਰ ਇਨਇਕੁਐਲਿਟੀ। ਜੈਂਡਰ ਇਨਇਕੁਐਲਿਟੀ ਤੋਂ ਭਾਵ ਹੈ ਮੇਲ ਅਤੇ ਫੀਮੇਲ। ਦੈਨ ਮੇਲ ਦੇ ਨਾਲ ਤਾਂ ਕੋਈ ਸਮੱਸਿਆ ਨਹੀਂ, ਬਟ ਸਮੱਸਿਆ ਹੈ ਜਾਂ ਪ੍ਰੋਬਲਮ ਹੈ ਫੀਮੇਲ ਦੇ ਨਾਲ। ਤਾਂ ਫੀਮੇਲ ਨੂੰ ਵੀ ਉਹ ਸਾਰੇ ਅਧਿਕਾਰ ਪ੍ਰਾਪਤ ਨਹੀਂ ਹੁੰਦੇ ਜੋ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ। ਤਾਂ ਇਸੇ ਕਰਕੇ ਜੈਂਡਰ ਇਨਇਕੁਐਲਿਟੀ ਵੀ ਸਮਾਜ ਦਾ ਪਾਰਟ ਹੈ। ਓਕੇ, ਥਰਡ ਯੂਨਿਟ ਹੈ ਸਟਰਕਚਰਲ ਐਂਡ ਕਲਚਰਲ ਚੇਂਜ। ਹੋਰ ਵੀ ਇਹਨੂੰ ਮੈਂ ਸਧਾਰਨ ਤੌਰ 'ਤੇ ਬੋਲਾਂ ਤਾਂ ਇੱਕ ਢਾਂਚਾ ਦੇ ਤੌਰ 'ਤੇ ਅਤੇ ਸੱਭਿਆਚਾਰਕ ਦੇ ਤੌਰ 'ਤੇ ਇੱਕ ਬਦਲਾਵ। ਹੁਣ ਇਹ ਬਦਲਾਵ ਕਿੱਦਾਂ ਹੋਣਗੇ? ਨੰਬਰ 7 ਲੈਸਨ ਤੁਹਾਡਾ ਹੋ ਗਿਆ ਵਾ ਵੈਸਟਰਨਾਈਜੇਸ਼ਨ ਐਂਡ ਸੰਸਕ੍ਰਿਟਾਈਜੇਸ਼ਨ। ਮੈਂ ਥੋੜ੍ਹਾ ਦੱਸ ਦਿੰਦਾ ਵਾਂ। ਵੈਸਟਰਨਾਈਜੇਸ਼ਨ ਤੋਂ ਭਾਵ ਹੈ ਪੱਛਮੀਕਰਨ। ਪੱਛਮੀਕਰਨ ਤੋਂ ਭਾਵ ਹੈ ਜਦੋਂ ਗੋਰੇ ਜਿਹੜੇ ਬ੍ਰਿਟਿਸ਼ਰਸ ਲੋਕ ਸੀਗੇ ਉਹ ਇੰਡੀਆ ਦੇ ਵਿੱਚ ਆਏ ਤਾਂ ਉਹਨਾਂ ਦੇ ਰਹਿਣ ਸਹਿਣ ਕਰਕੇ ਭਾਰਤ ਵਿੱਚ ਉਹਨਾਂ ਨੇ ਕਰੀਬ 150 ਸਾਲ ਤੋਂ ਜ਼ਿਆਦਾ ਰਾਜ ਕੀਤਾ। ਤਾਂ ਉਸ ਦੌਰਾਨ ਜੋ ਵੀ ਬਦਲਾਵ ਉਹਨਾਂ ਦੁਆਰਾ ਸਥਾਪਿਤ ਕੀਤੇ ਗਏ ਉਹਨਾਂ ਬਦਲਾਵਾਂ ਨੂੰ ਵੈਸਟਰਨਾਈਜੇਸ਼ਨ ਜਾਂ ਪੱਛਮੀਕਰਨ ਕਿਹਾ ਜਾਂਦਾ ਹੈ। ਅਤੇ ਇਹਦੇ ਨਾਲ ਹੀ 7th ਲੈਸਨ ਦਾ ਦੂਸਰਾ ਟੌਪਿਕ ਹੈ ਸੰਸਕ੍ਰਿਟਾਈਜੇਸ਼ਨ, ਸੰਸਕ੍ਰਿਤੀਕਰਨ। ਪੰਜਾਬੀ 'ਚ ਸੰਸਕ੍ਰਿਤੀਕਰਨ 'ਚ ਹੁੰਦਾ ਵਾ ਇੱਕ ਛੋਟੀ ਜਾਤੀ ਵੱਡੀਆਂ ਜਾਤਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਸਕਦੀਆਂ ਨੇ ਪਰ ਆਪਣੀ ਜਾਤੀ ਬਦਲ ਨਹੀਂ ਸਕਦੀਆਂ। ਨੰਬਰ 8 ਗਲੋਬਲਾਈਜੇਸ਼ਨ, ਵਿਸ਼ਵੀਕਰਨ। ਜਿੱਦਾਂ ਇੱਕ ਦੇਸ਼ ਦਾ ਦੂਜੇ ਦੇਸ਼ ਦੇ ਨਾਲ ਬਿਜ਼ਨਸ ਕਰਨਾ, ਇੱਕ ਵਿਅਕਤੀ ਦਾ ਇੱਕ ਦੇਸ਼ ਤੋਂ ਦੂਸਰੇ ਦੇਸ਼ 'ਚ ਜਾਣਾ, ਇਹ ਗਲੋਬਲਾਈਜੇਸ਼ਨ ਦਾ ਪਾਰਟ ਹੈ। ਦੈਨ ਮੋਡਰਨਾਈਜੇਸ਼ਨ। ਮੋਡਰਨਾਈਜੇਸ਼ਨ ਤੋਂ ਭਾਵ ਹੈ ਨਵੇਂ ਤੌਰ ਤਰੀਕੇ ਦੇ ਅਨੁਸਾਰ ਆਪਣੇ ਜੀਵਨ ਨੂੰ ਜਿਉਣਾ। ਨੰਬਰ 9 ਸੋਸ਼ਲ ਮੂਵਮੈਂਟਸ, ਸਮਾਜਿਕ ਅੰਦੋਲਨ। ਇਹਦੇ ਵਿੱਚ ਤੁਹਾਡੇ ਲਈ ਇੱਕ ਉਦਾਹਰਨ ਦੇਣਾ ਵਾ, ਚਿਪਕੋ ਮੂਵਮੈਂਟ ਤੁਸੀਂ ਸੁਣੀ ਹੋਣੀ ਹੈ, ਨਰਮਦਾ ਬਚਾਓ, ਕਿਸਾਨ ਅੰਦੋਲਨ। ਤਾਂ ਇਹ ਸਾਰੇ ਅੰਦੋਲਨ ਸਮਾਜ ਵਿੱਚ ਕਿਸੇ ਬਦਲਾਵ ਨੂੰ ਰੋਕਣ ਦੇ ਲਈ ਜਾਂ ਕਿਸੇ ਬਦਲਾਵ ਨੂੰ ਹੋਣ ਦੇ ਲਈ ਬੜਾਵਾ ਦੇਣ ਦੇ ਲਈ ਚਲਾਏ ਗਏ ਸੀਗੇ। ਠੀਕ ਹੈ, ਤਾਂ ਇਸ ਦੇ ਨਾਲ ਹੀ ਤੁਹਾਡੀ ਆਖਰੀ ਯੂਨਿਟ ਹੈ ਸੋਸ਼ਲ ਪ੍ਰੋਬਲਮਸ। ਸੋਸ਼ਲ ਪ੍ਰੋਬਲਮਸ ਮੀਨਸ ਸਮਾਜਿਕ ਸਮੱਸਿਆਵਾਂ। ਤਾਂ ਸਮਾਜ ਵਿੱਚ ਕਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਹੀ ਇੰਟਰੋਡਕਸ਼ਨ ਦੇ ਵਿੱਚ ਦੱਸ ਕੇ ਆਇਆ ਸੀਗਾ ਕਿ ਸਮਾਜ ਵਿੱਚ ਸਮੱਸਿਆਵਾਂ ਪਾਈਆਂ ਜਾਂਦੀਆਂ ਨੇ। ਤਾਂ ਨੰਬਰ ਤੁਹਾਡਾ 10th ਲੈਸਨ ਬਣ ਗਿਆ ਐਲਕੋਹਲਿਜ਼ਮ ਐਂਡ ਡਰੱਗ ਐਡਿਕਸ਼ਨ। ਇਹ ਸਮਾਜਿਕ ਬੁਰਾਈਆਂ ਨੇ ਜਾਂ ਸਮਾਜਿਕ ਸਮੱਸਿਆਵਾਂ ਨੇ, ਸ਼ਰਾਬਖੋਰੀ ਅਤੇ ਨਸ਼ਾਖੋਰੀ। ਨੰਬਰ 11 ਫੀਮੇਲ ਫਿਟੀਸਾਈਡ ਐਂਡ ਡੋਮੈਸਟਿਕ ਵਾਇਲੈਂਸ। ਫੀਮੇਲ ਫਿਟੀਸਾਈਡ ਕੀ ਹੈ ਕਿ ਛੋਟੀਆਂ ਕੁੜੀਆਂ ਨੂੰ ਜਾਂ ਜੰਮਦੀਆਂ ਕੁੜੀਆਂ ਨੂੰ ਗਰਭ ਦੇ ਵਿੱਚ ਹੀ ਮਾਰ ਦੇਣਾ ਜਾਂ ਜਨਮ ਤੋਂ ਬਾਅਦ ਮਾਰਨਾ। ਡੋਮੈਸਟਿਕ ਵਾਇਲੈਂਸ ਘਰੇਲੂ ਅਹਿੰਸਾ।
ਔਰਤ ਦੇ ਨਾਲ ਬਾਤ ਘਾਟ ਹੋ ਜਾਣੀ, ਉੱਚਾ ਨੀਵਾਂ ਬੋਲਣਾ, ਤਾਂ ਔਰਤ ਨੂੰ ਕੁੱਟਿਆ ਜਾਂਦਾ, ਕੁੱਟਿਆ ਮਾਰਿਆ ਜਾਂਦਾ ਹੈ। ਜਾਂ ਇਹਦੇ ਲਈ ਅਲੱਗ-ਅਲੱਗ ਫੋਰਮਸ ਹੁੰਦੀਆਂ ਨੇ, ਗਾਲੀ ਗਲੋਚ ਕਰਨਾ, ਤਾਨਾ ਦੇਣਾ, ਕੁੱਟਮਾਰ ਕਰਨੀ, ਪੈਸੇ ਦਾ ਦਬਾਅ ਬਣਾਉਣਾ, ਫਿਰ ਔਰਤ ਨੂੰ ਘਰ ਦੀ ਚਾਰਦੀਵਾਰੀ ਵਿੱਚ ਬੰਦ ਕਰਕੇ ਰੱਖਣਾ। ਐਂਡ 12th ਲੈਸਨ ਇਜ਼ ਓਲਡ ਏਜ ਐਂਡ ਡਿਸਐਬਿਲਿਟੀਜ਼, ਬਿਰਧ ਅਵਸਥਾ ਅਤੇ ਅਸਮਰੱਥਾ। ਬਿਰਧ ਅਵਸਥਾ ਤੋਂ ਭਾਵ ਹੈ ਕਿ ਜਦੋਂ ਵਿਅਕਤੀ ਬੁੱਢਾ ਹੋ ਜਾਂਦਾ ਹੈ ਤਾਂ ਸਮਾਜ ਉਹਨੂੰ ਕਿਸੇ ਵੀ ਕੰਮ ਦੇ ਕਾਬਿਲ ਨਹੀਂ ਸਮਝਦਾ, ਠੀਕ ਹੈ। ਅਤੇ ਡਿਸਐਬਿਲਿਟੀਜ਼ ਜਿਹੜੇ ਕੋਈ ਅਪੰਗ ਹੁੰਦੇ ਨੇ, ਅੱਖ ਪੂਰਾ ਸਾਡੇ ਵਾਂਗੂ ਨਜ਼ਰ ਸਹੀ ਢੰਗ ਨਾਲ ਨਹੀਂ ਦੇਖ ਸਕਦੇ ਹੁੰਦੇ, ਤਾਂ ਇਹ ਉਹ ਲੋਕ ਹੁੰਦੇ ਨੇ ਡਿਸੇਬਲ ਜਾਂ ਡਿਸਐਬਿਲਿਟੀਜ਼। ਸੋ ਇਹ ਸਾਡੀ ਜਿਹੜੇ ਸਮਾਜ ਹੈ ਉਹਦੀਆਂ ਸਮੱਸਿਆਵਾਂ ਨੇ। ਸੋ ਓਲ ਟੂਗੈਦਰ ਤੁਹਾਡੇ ਕੋਲ ਜੋ ਸੋਸ਼ੀਓਲੋਜੀ ਹੈ ਇਹ ਇੱਕ ਸਮਾਜ ਦਾ ਪਾਰਟ ਹੈ, ਜਾਂ ਕਹਿ ਦਈਏ ਸਮਾਜ ਦਾ ਹਿੱਸਾ ਹੈ। ਉਹ ਹਿੱਸਾ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ, ਤਾਂ ਉਹਦੇ ਬਾਰੇ ਇਹ ਸਟੱਡੀ ਕਰਨੀ ਹੈ। ਤਾਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਤੌਰ 'ਤੇ ਦੱਸਿਆ ਸੀ, ਇਹ ਸਬਜੈਕਟ ਹੈ ਬਹੁਤ ਇੰਟਰਸਟਿੰਗ ਹੈ, ਪ੍ਰੈਕਟੀਕਲ ਹੈ, ਲਰਨਿੰਗ ਹੈ, ਦੈਨ ਫਿਊਚਰ 'ਚ ਤੁਹਾਡੇ ਲਈ ਬਹੁਤ ਹੈਲਪਫੁਲ ਹੋਣ ਵਾਲਾ ਹੈ। ਅਗਰ ਕਿਸੇ ਵੀ ਪਾਰਟ ਦੇ ਵਿੱਚ ਤੁਹਾਨੂੰ ਇੰਟਰੋਡਕਸ਼ਨ 'ਚ ਸਮਝ ਨਹੀਂ ਆਈ ਤਾਂ ਫੀਲ ਫਰੀ ਤੁਸੀਂ ਪੁੱਛ ਸਕਦੇ ਹੋ ਐਂਡ ਇਨਕੁਆਇਰ any questions that you have in your mind. Thank you.